ਹੈਲੋ ਅਰਸ਼ਨੂਰ, ਆ ਦੇਖ ਮੈਂ ਐਸਟਰੋਨੋਮੀਕਲ ਟੈਲੀਸਕੋਪ ਦੁਬਾਰਾ ਤੋਂ ਕਰਵਾਉਣ ਲੱਗਾ ਇੱਕ ਵਾਰ। ਆ ਸਮਝ ਲਈ ਹੁਣ ਮਾੜਾ ਜਿਹਾ, ਠੀਕ ਹੈ। ਉਸ ਦਿਨ ਸਹੀ ਤਰ੍ਹਾਂ ਸਮਝਾ ਨਹੀਂ ਪਾਇਆ ਸੀ, ਮੈਨੂੰ ਹੁਣ ਸਮਝ ਲੱਗ ਗਈ ਪੂਰੀ ਤਰ੍ਹਾਂ, ਠੀਕ ਹੈ। ਐਸਟਰੋਨੋਮੀਕਲ ਟੈਲੀਸਕੋਪ ਸ਼ੁਰੂ ਕਰਨ ਤੋਂ ਪਹਿਲੇ ਤੈਨੂੰ ਪਤਾ ਹੋਣਾ ਚਾਹੀਦਾ ਵੀ ਟੈਲੀਸਕੋਪ ਕਿਹਨੂੰ ਕਹਿੰਦੇ ਆ, ਜਿਹਨੂੰ ਆਪਾਂ ਹਿੰਦੀ ਵਿੱਚ ਦੂਰਬੀਨ ਕਹਿੰਦੇ ਹਾਂ, ਠੀਕ ਹੈ। ਜਿਹੜੀ ਐਸਟਰੋਨੋਮੀਕਲ ਟੈਲੀਸਕੋਪ ਹੁੰਦਾ ਉਹਦੀ ਰਿਪ੍ਰੈਜੈਂਟੇਸ਼ਨ ਇੱਦਾਂ ਕੀਤੀ ਹੁੰਦੀ ਕਿ ਆਪਾਂ ਜਿਹੜਾ ਪਹਿਲੇ ਲੈਂਸ ਹੁੰਦਾ ਉਹ ਓਬਜੈਕਟਿਵ ਲੈਂਸ ਹੁੰਦਾ ਅਤੇ ਬਾਅਦ 'ਚੋਂ ਆਈ ਪੀਸ ਹੁੰਦਾ ਜਿਹੜਾ ਕਿ ਛੋਟਾ ਵਾਲਾ ਲੈਂਸ ਹੁੰਦਾ, ਠੀਕ ਹੈ। ਹੁਣ ਇੱਧਰ ਹੁੰਦਾ ਕੀ ਹੈ, ਉਹਨਾਂ ਨੇ ਕਿਹਾ ਬਈ ਆਪਾਂ ਚਾਹੁੰਦੇ ਜਦੋਂ ਫਾਈਨਲ ਐਸਟਰੋਨੋਮੀਕਲ ਟੈਲੀਸਕੋਪ ਕਹਿੰਦੇ ਕਿਹਨੂੰ ਪਹਿਲੀ ਗੱਲ ਹੈ ਨਾ। ਐਸਟਰੋਨੋਮੀਕਲ ਟੈਲੀਸਕੋਪ ਉਹ ਵਾਲਾ ਟੈਲੀਸਕੋਪ ਹੁੰਦਾ ਵੇ ਜਿਹੜਾ ਸਾਨੂੰ ਜਿਹੜੀਆਂ ਥਿੰਗਸ ਜਿਹੜੇ ਓਬਜੈਕਟਸ ਇਨਫਿਨਿਟੀ ਦੇ ਹੁੰਦੇ ਆ ਨਾ, ਉਹ ਇਨਫਿਨਿਟੀ ਵਾਲੇ ਓਬਜੈਕਟਸ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ। ਮਤਲਬ ਕਿ ਕਹਿਣ ਦਾ ਮਤਲਬ ਹੈਗਾ ਬਈ ਉਹ ਵਾਲਾ ਓਪਟੀਕਲ ਇੰਸਟਰੂਮੈਂਟ ਹੈਗਾ ਜਿਹਨੂੰ ਅਸੀਂ ਯੂਜ਼ ਕਰਦੇ ਹਾਂ ਸਟਾਰਸ ਅਤੇ ਪਲੈਨਟ ਦੇਖਣ ਵਾਸਤੇ, ਉਹਨੂੰ ਆਪਾਂ ਕਹਿੰਦੇ ਐਸਟਰੋਨੋਮੀਕਲ ਟੈਲੀਸਕੋਪ। ਜਿੱਦਾਂ ਹੁਣ ਇੱਧਰ ਆਪਾਂ ਚਾਹੁੰਦੇ ਬਈ ਜਿਹੜੀ ਫਾਈਨਲ ਇਮੇਜ ਹੈਗੀ ਇਨਫਿਨਿਟੀ 'ਤੇ ਬਣਨੀ ਚਾਹੀਦੀ ਹੈ। ਹੁਣ ਇੱਧਰ ਦੇਖ ਤੁਹਾਨੂੰ ਪਤਾ ਹੋਊਗਾ ਮਾੜਾ ਮੋਟਾ, ਪਹਿਲੇ ਓਬਜੈਕਟਿਵ ਲੈਂਸ ਹੈਗਾ, ਹੁਣ ਓਬਜੈਕਟਿਵ ਲੈਂਸ ਹੈਗਾ ਵੀ ਇੱਕ ਦੂਸਰਾ ਲੈਂਸ ਹੈਗਾ ਆਪਣਾ ਆਈ ਪੀਸ, ਹੈ ਨਾ। ਹੁਣ ਓਬਜੈਕਟਿਵ ਲੈਂਸ ਵਿੱਚ ਉਹਨਾਂ ਨੇ ਕਿਹਾ ਜਿਹੜਾ ਓਬਜੈਕਟ ਹੈਗਾ ਵੀ ਉਹ ਇਨਫਿਨਿਟੀ 'ਤੇ ਹੈਗਾ। ਓਬਜੈਕਟ ਕੀ ਹੈ? ਸਟਾਰਸ ਅਤੇ ਪਲੈਨਟ। ਹੁਣ ਸਟਾਰਸ ਅਤੇ ਪਲੈਨਟ ਹੈਗਾ ਇਨਫਿਨਿਟੀ 'ਤੇ, ਉਹ ਸਟਾਰਸ ਅਤੇ ਪਲੈਨਟ ਦੀ ਰੇਜ਼ ਪੈ ਰਹੀਆਂ ਵੀ ਇਹ ਓਬਜੈਕਟਿਵ ਲੈਂਸ 'ਤੇ, ਹੈ ਨਾ। ਓਬਜੈਕਟਿਵ ਲੈਂਸ ਦੀ ਰੇਜ਼ ਪੈ ਰਹੀਆਂ ਸਟਾਰਸ ਅਤੇ ਪਲੈਨਟ ਦੀਆਂ, ਰੇਜ਼ ਪੈ ਕੇ ਹੁਣ ਕੋਈ ਵੀ ਓਬਜੈਕਟ ਜਦੋਂ ਇਨਫਿਨਿਟੀ 'ਤੇ ਹੁੰਦਾ ਇਮੇਜ ਕਿੱਧਰ ਬਣਦੀ ਹੈ? ਫੋਕਸ 'ਤੇ। ਓਬਜੈਕਟਿਵ ਲੈਂਸ ਦੇ ਫੋਕਸ 'ਤੇ ਇਮੇਜ ਬਣ ਗਈ। ਇਹ ਵਾਲੇ ਕੇਸ ਵਿੱਚ ਮੇਨ ਚੀਜ਼ ਆ ਹੈਗੀ ਓਬਜੈਕਟਿਵ ਲੈਂਸ ਦਾ ਫੋਕਸ ਅਤੇ ਆਈ ਪੀਸ ਦਾ ਫੋਕਸ ਸੇਮ ਰੱਖਣਾ ਵੇ, ਕਿਉਂਕਿ ਜਿਹੜੀ ਇਮੇਜ ਹੈਗੀ ਆਪਾਂ ਚਾਹੁੰਦੇ ਵੀ ਫਾਈਨਲ ਇਮੇਜ ਇਨਫਿਨਿਟੀ 'ਤੇ ਬਣੇ। ਹੁਣ ਤੈਨੂੰ ਹੁਣੇ ਪਤਾ ਲੱਗ ਜਾਊਗਾ ਵੀ ਓਬਜੈਕਟਿਵ ਲੈਂਸ ਅਤੇ ਆਈ ਪੀਸ ਦੋਨਾਂ ਦਾ ਫੋਕਸ ਸੇਮ ਕਾਹਤੋਂ ਲੈਣਾ ਵੇ। ਜਦੋਂ ਇਨੀਸ਼ੀਅਲੀ ਓਬਜੈਕਟ ਇਨਫਿਨਿਟੀ 'ਤੇ ਹੋਊਗਾ ਉਹਦੇ ਕਰਕੇ ਜਿਹੜੀ ਇਮੇਜ ਬਣੂਗੀ ਉਹ ਫੋਕਸ 'ਤੇ ਬਣੂਗੀ ਓਬਜੈਕਟਿਵ ਲੈਂਸ ਦੇ। ਏ ਡੈਸ਼ ਬੀ ਡੈਸ਼ ਇਮੇਜ ਬਣ ਗਈ ਫੋਕਸ 'ਤੇ, ਇੱਦਾਂ ਕਰਕੇ ਫੋਕਸ 'ਤੇ ਇਮੇਜ ਬਣ ਗਈ। ਹੁਣ ਜਦੋਂ ਫੋਕਸ 'ਤੇ ਇਮੇਜ ਬਣੀ ਹੈ, ਠੀਕ ਹੈ। ਹੁਣ ਜਿੱਦਾਂ ਆਈ ਪੀਸ ਹੈਗਾ ਆਪਾਂ ਕਹਿੰਦੇ ਵੀ ਫਾਈਨਲ ਇਮੇਜ ਇਨਫਿਨਿਟੀ 'ਤੇ ਬਣਨੀ ਚਾਹੀਦੀ। ਆਈ ਪੀਸ ਦੇ ਜਦੋਂ ਫੋਕਸ 'ਤੇ ਓਬਜੈਕਟ ਹੋਊਗਾ ਉਦੋਂ ਹੀ ਆਪਣੇ ਤੋਂ ਫਾਈਨਲ ਇਮੇਜ ਜਿਹੜੀ ਇਨਫਿਨਿਟੀ 'ਤੇ ਬਣੂਗੀ। ਇਸ ਲਈ ਆਈ ਪੀਸ ਅਤੇ ਓਬਜੈਕਟ ਦੋਨਾਂ ਦਾ ਫੋਕਸ ਸੇਮ ਹੈਗਾ ਵੀ, ਠੀਕ ਹੈ। ਇੱਧਰ ਓਬਜੈਕਟ ਇਨਫਿਨਿਟੀ ਸੀਗਾ ਅਤੇ ਇਮੇਜ ਬਣੀ ਫੋਕਸ 'ਤੇ, ਫੋਕਸ 'ਤੇ ਬਣਨ ਤੋਂ ਬਾਅਦ ਆਈ ਪੀਸ ਦਾ ਫੋਕਸ ਵੀ ਇੱਧਰ ਸੀ। ਜਿਹੜੀ ਏ ਡੈਸ਼ ਬੀ ਡੈਸ਼ ਇਮੇਜ ਬਣੀ ਹੈ ਇਹਦੇ ਕਰਕੇ ਓਬਜੈਕਟਿਵ ਲੈਂਸ ਕਰਕੇ ਉਹ ਇੱਕ ਓਬਜੈਕਟ ਦਾ ਕੰਮ ਕਰੂਗੀ। ਦੁਬਾਰਾ ਤੋਂ ਬੋਲਦਾ ਪਿਆ, ਏ ਡੈਸ਼ ਬੀ ਡੈਸ਼ ਇਮੇਜ ਜਿਹੜੀ ਇੱਕ ਓਬਜੈਕਟ ਦਾ ਕੰਮ ਕਰੂਗੀ ਆਈ ਪੀਸ ਦੇ ਵਾਸਤੇ, ਠੀਕ ਹੈ। ਆਈ ਪੀਸ ਦੇ ਵਾਸਤੇ ਓਬਜੈਕਟ ਦਾ ਕੰਮ ਕਰੂਗੀ। ਹੁਣ ਆਈ ਪੀਸ ਵਾਸਤੇ ਓਬਜੈਕਟ ਹੈਗਾ ਵੇ ਫੋਕਸ 'ਤੇ ਇਮੇਜ ਬਣੂਗੀ ਇਨਫਿਨਿਟੀ 'ਤੇ ਇਮੇਜ ਬਣ ਗਈ ਫਾਈਨਲ ਇਮੇਜ ਇਜ਼ ਐਟ ਇਨਫਿਨਿਟੀ, ਠੀਕ ਹੈ। ਇਹ ਪੜ੍ਹ ਲੈ। ਇਨ ਐਸਟਰੋਨੋਮੀਕਲ ਟੈਲੀਸਕੋਪ ਟੂ ਕਨਵੈਕਸ ਲੈਂਸ ਆਰ ਯੂਜ਼ਡ, ਇਹ ਪੜ੍ਹ ਲਈ, ਉਹੀ ਜੋ ਮੈਂ ਬੋਲਿਆ, ਠੀਕ ਹੈ। ਹੁਣ ਆਪਾਂ ਫਾਈਂਡ ਕਰਨਾ ਬਈ ਕੰਪਾਊਂਡ ਐਸਟਰੋਨੋਮੀਕਲ ਟੈਲੀਸਕੋਪ ਦਾ ਮੈਗਨੀਫਿਕੇਸ਼ਨ ਕਿੰਨੀ ਹੈਗੀ, ਟੋਟਲ ਮੈਗਨੀਫਿਕੇਸ਼ਨ, ਠੀਕ ਹੈ। ਫਾਰਮੂਲਾ ਸੀਗਾ ਬੀਟਾ ਬਾਈ ਅਲਫਾ। ਆਪਾਂ ਕਿਹਾ ਸੀ ਵੀ ਪਰਚਰ ਬਹੁਤ ਸਮੋਲ ਹੈ ਇਸ ਲਈ ਆਪਾਂ ਟੈਨ ਬੀਟਾ ਡਿਵਾਈਡ ਬਾਈ ਟੈਨ ਅਲਫਾ ਲੈ ਲਿਆ, ਠੀਕ ਹੈ। ਪ੍ਰੋਬਲਮ ਆ ਸੀਗਾ ਬਈ ਆਪਾਂ ਅਲਫਾ ਬੀਟਾ ਦੀ ਵੈਲਿਊ ਕਿੱਦਾਂ ਹੈ, ਆਹੀ ਹੈ ਨਾ। ਹੁਣ ਦੇਖ, ਜਿਹੜਾ ਮੈਗਨੀਫਿਕੇਸ਼ਨ ਹੁੰਦਾ ਬੀਟਾ ਬਾਈ ਅਲਫਾ ਹੁੰਦਾ, ਵੇਅਰ ਬੀਟਾ ਇਜ਼ ਐਂਗਲ ਸਬਟੈਂਡਡ ਬਾਏ ਇਮੇਜ। ਬੀਟਾ ਇੱਕ ਓਵਲ ਐਂਗਲ ਹੈਗਾ ਵਾ ਜਿਹੜਾ ਇਮੇਜ ਬਣਾਊਗੀ, ਠੀਕ ਹੈ। ਅਤੇ ਅਲਫਾ ਇੱਕ ਓਵਲ ਐਂਗਲ ਜਿਹੜਾ ਓਬਜੈਕਟ ਬਣਾਊਗਾ, ਹੈ ਨਾ। ਹੁਣ ਇਹਦੇ ਇਨੀਸ਼ੀਅਲੀ ਓਬਜੈਕਟ ਹੈਗੇ ਸਟਾਰਸ ਅਤੇ ਪਲੈਨਟ ਅਤੇ ਫਾਈਨਲ ਇਮੇਜ ਹੈਗੀ ਆਪਣੀ ਆਹ ਵਾਲੀ, ਹੈ ਨਾ। ਮਤਲਬ ਕਿ ਮੇਨ ਗੱਲ ਆਏ ਜਿਹੜੀ ਇਮੇਜ ਹੈਗੀ ਹੈ, ਠੀਕ ਹੈ। ਫਾਈਨਲ ਇਮੇਜ ਤਾਂ ਇਨਫਿਨਿਟੀ 'ਤੇ ਬਣਦੀ ਪਈ ਹੈ, ਠੀਕ ਹੈ। ਹੁਣ ਇੱਧਰ ਹੋਊਗਾ ਕਿ ਜਿਹੜੀ ਆ ਇਮੇਜ ਹੈਗੀ ਹੈ, ਠੀਕ ਹੈ, ਜਿਹੜੀ ਏ ਡੈਸ਼ ਬੀ ਡੈਸ਼ ਇਮੇਜ ਹੈਗੀ ਇਹ ਲੈਂਸ ਵਾਸਤੇ ਹੁਣ ਜਿਹੜਾ ਬੀਟਾ ਐਂਗਲ ਹੈਗਾ ਨਾ ਉਹਨੇ ਜਿਹੜਾ ਬੀਟਾ ਐਂਗਲ ਹੈਗਾ ਵੇ ਉਹ ਇਮੇਜ ਬਣਾਉਂਦੀ ਹੈ ਉਹ ਵੀ ਆਈ ਦੇ ਨਾਲ, ਠੀਕ ਹੈ। ਮਤਲਬ ਕਿ ਇੱਧਰ ਕਰਕੇ ਆਪਣੇ ਤੋਂ ਆਈ ਪਈ ਹੋਈ ਹੈ, ਠੀਕ ਹੈ। ਹੁਣ ਇਹ ਆਈ ਹੈ ਓਪਟੀਕਲ ਸੈਂਟਰ 'ਤੇ C2 ਦੇ ਬਹੁਤ ਹੀ ਕੋਲ ਹੈਗੀ ਹੈ ਨਾ। ਜਿਹੜੀ ਏ ਡੈਸ਼ ਬੀ ਡੈਸ਼ ਆਪਣੀ ਇਮੇਜ ਬਣੀ ਹੈ ਨਾ ਉਹ ਬੀਟਾ ਐਂਗਲ ਬਣਾਊਗੀ C2 ਦੇ ਨਾਲ। ਦੁਬਾਰਾ ਤੋਂ ਬੋਲਦਾ ਪਿਆ, ਜਿਹੜੀ ਆ ਇਮੇਜ ਸੀਗੀ ਇਹ ਲੈਂਸ ਵਾਸਤੇ ਭਾਵੇਂ ਕੋਈ ਵੀ ਇਮੇਜ ਹੋਵੇ ਕੋਈ ਵੀ ਓਬਜੈਕਟ ਹੋਵੇ ਉਹਨੇ ਹਮੇਸ਼ਾ ਆਈ ਦੇ ਨਾਲ ਹੀ ਐਂਗਲ ਬਣਾਉਣਾ। ਜਿੱਦਾਂ ਕੰਪਾਊਂਡ ਮਾਈਕਰੋਸਕੋਪ ਵਿੱਚ ਵੀ ਦੇਖ ਲਾ, ਇਹ ਜਿਹੜੀ ਆਪਣੇ ਤੋਂ ਆਹ ਇਮੇਜ ਬਣੀ ਸੀ, ਇਹ ਵੱਡੀ ਵਾਲੀ ਇਮੇਜ ਬਣੀ ਸੀਗੀ ਫਾਈਨਲ ਇਮੇਜ, ਇਹ ਓਬਜੈਕਟ ਸੀਗਾ। ਇਹਨਾਂ ਸਾਰਿਆਂ ਨੇ ਇਹ ਵਾਲੀ ਓਪਟੀਕਲ ਸੈਂਟਰ ਨਾਲ ਹੀ ਐਂਗਲ ਬਣਾਏ ਦੋਨਾਂ ਨੇ, ਅਲਫਾ ਬੀਟਾ। ਇਹ ਕੰਪਾਊਂਡ ਮਾਈਕਰੋਸਕੋਪ ਹੈ, ਮੈਂ ਰਿਲੇਸ਼ਨ ਕਰਦਾ ਪਿਆ ਵਾਂ, ਠੀਕ ਹੈ। ਅਲਫਾ ਬੀਟਾ ਮਤਲਬ ਕਿ ਇਹ ਓਪਟੀਕਲ ਸੈਂਟਰ ਨਾਲ ਨਹੀਂ ਐਂਗਲ ਬਣਾਉਂਦੇ ਪਏ, ਇਹ ਆਏ ਦੇ ਨਾਲ ਐਂਗਲ ਬਣਾਉਂਦੇ ਪਏ, ਕਿਉਂਕਿ ਆਪਾਂ ਡਿਸਟੈਂਸ ਆਏ ਤੋਂ ਮੇਜ਼ਰ ਕਰਨਾ ਹੈ। ਆਏ ਓਪਟੀਕਲ ਸੈਂਟਰ ਦੇ ਬਹੁਤ ਹੀ ਕੋਲ ਹੁੰਦੀ, ਇਸ ਲਈ ਆਪਾਂ ਦੋਨਾਂ 'ਚ ਡਿਸਟੈਂਸ ਨੂੰ ਫੋਲੋ ਨਹੀਂ ਕਰਦੇ। ਆਪਾਂ ਕਹਿੰਦੇ ਬਈ ਆਏ ਓਪਟੀਕਲ ਸੈਂਟਰ ਅਤੇ ਆਏ ਇਕੁਅਲ ਡਿਸਟੈਂਸ 'ਤੇ ਹੈਗੇ ਹੈ, ਇਸ ਲਈ ਆਪਾਂ ਅਲਫਾ ਐਂਗਲ ਅਤੇ ਬੀਟਾ ਐਂਗਲ ਦੋਨਾਂ ਨੂੰ ਓਪਟੀਕਲ ਸੈਂਟਰ ਤੋਂ ਮੰਨਣਾ। ਇੱਧਰ ਵੀ ਜਿਹੜਾ ਬੀਟਾ ਐਂਗਲ ਹੈਗਾ ਉਹਨੂੰ ਆਪਾਂ ਓਪਟੀਕਲ ਸੈਂਟਰ ਤੋਂ ਹੀ ਮੰਨਣਾ,
ਠੀਕ ਹੈ। ਆਪਟੀਕਲ ਸੈਂਟਰ ਤੋਂ ਹੀ ਮੰਨਣਾ ਆਪਾਂ ਬੀਟਾ ਐਂਗਲ ਨੂੰ। ਹੁਣ ਜਿਹੜੀ ਇਮੇਜ ਸੀਗੀ, ਜਿਹੜੀ ਇਮੇਜ ਆ ਇਹਨੇ ਬਣਾਈ ਸੀ ਓਬਜੈਕਟਿਵ ਲੈਂਸ ਕਰਕੇ, ਜਿਹੜੀ ਇਮੇਜ ਬਣੀ ਸੀ ਇਹਨੇ ਬੀਟਾ ਐਂਗਲ ਬਣਾ ਲਿਆ ਆਈ ਦੇ ਨਾਲ, ਠੀਕ ਹੈ, ਔਰ C2 ਆਪਟੀਕਲ ਸੈਂਟਰ ਨਾਲ। ਹੁਣ ਜਿਹੜਾ ਇਨੀਸ਼ੀਅਲੀ ਓਬਜੈਕਟ ਆਉਂਦਾ ਪਿਆ, ਜਿਹੜਾ ਆ ਓਬਜੈਕਟ ਆਉਂਦਾ ਪਿਆ, ਉਹ ਓਬਜੈਕਟ ਇਨਫਿਨਿਟੀ ਤੋਂ ਆਉਂਦਾ ਪਿਆ, ਇਹਨੇ C1 ਦੇ ਨਾਲ ਐਂਗਲ ਬਣਾਇਆ ਅਲਫਾ ਐਂਗਲ, ਹੈ ਨਾ। ਹੁਣ ਤੂੰ ਕਹੇਂਗੀ ਬਈ ਜਿਹੜਾ ਓਬਜੈਕਟ ਹੈਗਾ ਵੇ, ਉਹ ਹੁਣ ਓਬਜੈਕਟ ਹੋਵੇ ਭਾਵੇਂ ਇਮੇਜ ਹੋਵੇ, ਉਹਨੇ ਐਂਗਲ ਤਾਂ C2 ਦੇ ਨਾਲ ਹੀ ਬਣਾਉਣਾ, ਆਪਟੀਕਲ ਸੈਂਟਰ ਦੇ ਨਾਲ ਬਣਾਉਣਾ, ਕਿਉਂਕਿ ਆਏ ਇਹਦੇ ਕੋਲ ਪਈ ਹੈ। ਹੁਣ ਤੂੰ ਕਹੇਂਗੀ ਬਈ ਇਹਦੇ ਨਾਲ ਇਹਨੇ ਐਂਗਲ ਕਾਹਤੋਂ ਬਣਾਇਆ, ਕਿਉਂਕਿ ਇਹ ਦੋਨੋਂ ਇਹਨਾਂ ਦੋਨਾਂ ਵਿਚਕਾਰ ਜਿਹੜਾ ਡਿਸਟੈਂਸ ਹੈਗਾ ਬਹੁਤ ਹੀ ਘੱਟ ਹੈਗਾ ਵੇ। ਤੂੰ ਦੇਖਿਆ ਹੋਊਗਾ ਫੋਟੋ ਵਿੱਚ ਜਿਹੜਾ ਟੈਲੀਸਕੋਪ ਹੁੰਦਾ ਬਹੁਤ ਹੀ ਛੋਟਾ ਹੁੰਦਾ ਵੇ, ਹੈ ਨਾ। ਜੇ ਟੈਲੀਸਕੋਪ ਵੱਡਾ ਵੀ ਹੋਊਗਾ, ਉਹਦੇ ਜਿਹੜੇ ਲੈਂਸ ਹੁੰਦੇ ਬਹੁਤ ਕੋਲ ਪਏ ਹੁੰਦੇ ਆ, ਛੋਟੇ ਵੀ ਬਹੁਤ ਹੁੰਦੇ ਆ। ਇਸ ਲਈ ਇਹਨਾਂ ਵਿਚਕਾਰ ਡਿਸਟੈਂਸ ਆਪਾਂ ਮਾਈਨਰ ਰੱਖਦੇ ਹਾਂ, ਠੀਕ ਹੈ, ਬਹੁਤ ਮਾਈਨਰ ਡਿਸਟੈਂਸ ਹੁੰਦਾ ਇਹਨਾਂ ਵਿਚਕਾਰ। ਇਸ ਲਈ ਉਹਨਾਂ ਨੇ ਕਿਹਾ ਜਿਹੜਾ ਓਬਜੈਕਟ ਹੈਗਾ C1 ਦੇ ਨਾਲ ਐਂਗਲ ਬਣਾਊਗਾ। ਜਿਵੇਂ ਤੈਨੂੰ ਮੈਂ ਇੱਧਰ ਥੋੜ੍ਹਾ ਕਰਕੇ ਦਿਖਾ ਦਿੰਦਾ ਵਾ, ਇੱਕ ਮਿੰਟ ਰੁਕ, ਤੂੰ ਜਰਾ ਹੁਣ ਸੁਣ ਲੈ ਇੱਦਾਂ ਹੀ, ਜਿੱਦਾਂ ਹੁਣ ਮੈਂ ਕਿਹਾ ਜਿਹੜਾ ਇਨੀਸ਼ੀਅਲ ਓਬਜੈਕਟ ਹੈਗਾ ਵੀ ਇਹ ਅਲਫਾ ਐਂਗਲ ਬਣਾਊਗਾ ਪ੍ਰਿੰਸੀਪਲ ਹੈ C1 ਦੇ ਨਾਲ। C1 ਅਤੇ C2 ਬਹੁਤ ਕੋਲ ਹੈਗੇ ਯਾਰ, ਸਿੰਪਲ ਜਿਹੀ ਗੱਲ, C1 C2 ਬਹੁਤ ਕੋਲ ਹੈਗੇ, ਇਸ ਲਈ ਆਪਾਂ ਕਹਿੰਦੇ ਬਈ ਜਿਹੜਾ ਅਲਫਾ ਐਂਗਲ ਬਹੁਤ ਹੀ ਕੋਲ ਹੈਗੇ ਆ, ਬਹੁਤ ਹੀ ਕੋਲ। ਮੰਨ ਲਾ ਇੱਧਰ ਜਿਹੜਾ C2 ਹੈ ਨਾ ਇੱਦਾਂ ਕਰਕੇ ਪਿਆ, ਇਹਦੇ ਨਾਲ ਹੀ ਜੋੜਿਆ ਹੋਇਆ ਵੀ, ਇਹ ਦੋਨੋਂ ਜਿਹੜਾ ਬਹੁਤ ਘੱਟ ਡਿਸਟੈਂਸ ਹੈਗਾ, ਇਸ ਲਈ ਆਪਾਂ ਕਹਿੰਦੇ ਵੀ ਇਹਨੇ ਅਲਫਾ ਐਂਗਲ C2 ਦੇ ਨਾਲ ਹੀ ਬਣਾਇਆ। ਆਪਾਂ ਇਹਨੂੰ C1 ਦੇ ਨਾਲ ਫਿਗਰ ਬਣਾਉਣ ਲਈ ਦਿਖਾ ਦਿੰਦੇ ਹਾਂ, ਠੀਕ ਹੈ। ਜਦੋਂ ਅਲਫਾ ਐਂਗਲ ਇਹਦੇ ਨਾਲ ਬਣਾਊਗਾ, ਇਹ ਵਰਟੀਕਲੀ ਓਪੋਜ਼ਿਟ ਐਂਗਲ ਹੋਣ ਕਰਕੇ ਇਹ ਵੀ ਅਲਫਾ ਆ ਜਾਊਗਾ, ਇਹ ਅਲਫਾ ਹੋ ਗਿਆ। ਅਤੇ ਉਸ ਤੋਂ ਬਾਅਦ ਆਪਾਂ ਕਹਿ ਤਾ ਵੀ ਜਿਹੜੇ ਅਲਫਾ ਐਂਗਲ ਹੋਣ ਤੋਂ ਬਾਅਦ ਆਪਾਂ ਟੈਨ ਬੀਟਾ ਟੈਨ ਅਲਫਾ ਦੀ ਵੈਲਿਊ ਫਾਈਂਡ ਕਰ ਲਈ। ਮੇਨ ਮਕਸਦ ਆਈ ਸੀਗਾ ਬਈ ਜਿਹੜਾ ਇਮੇਜ ਹੈਗਾ ਇੱਧਰ ਅਲਫਾ ਐਂਗਲ ਕਿੱਦਾਂ, ਇੱਧਰ ਬੀਟਾ ਐਂਗਲ ਕਿੰਨਾ ਹੈ, ਆਹ ਤਾਂ ਦੱਸ ਲਿਆ ਬਈ ਜਿਹੜਾ ਇਮੇਜ ਹੈਗੀ ਉਹਨੇ ਬੀਟਾ ਐਂਗਲ ਬਣਾਇਆ, ਇਹਨੇ ਅਲਫਾ ਐਂਗਲ ਬਣਾਇਆ, ਅਤੇ ਆਪਣਾ ਕੰਮ ਹੋ ਗਿਆ। ਉਸ ਤੋਂ ਬਾਅਦ ਆਪਾਂ ਮੈਗਨੀਫਿਕੇਸ਼ਨ ਫਾਈਂਡ ਕੀਤੀ, ਟੈਨ ਬੀਟਾ ਡਿਵਾਈਡ ਬਾਈ ਟੈਨ ਅਲਫਾ ਕੀਤਾ, ਦੇਖ ਲਾ ਟੈਨ ਬੀਟਾ ਦੀ ਵੈਲਿਊ ਫਾਈਂਡ ਕੀਤੀ, ਅਲਫਾ ਦੀ ਵੈਲਿਊ ਫਾਈਂਡ ਕੀਤੀ, ਮੈਗਨੀਫਿਕੇਸ਼ਨ ਇੰਨੀ ਆ ਗਈ -F0। ਤੈਨੂੰ ਦੱਸਿਆ ਸੀ ਬਈ ਜਦੋਂ ਮੈਗਨੀਫਿਕੇਸ਼ਨ ਨੈਗੇਟਿਵ ਹੋਵੇ ਉਦੋਂ ਰੀਅਲ ਅਤੇ ਇਨਵਰਟਿਡ ਇਮੇਜ ਦੀ ਫੋਰਮੇਸ਼ਨ ਹੁੰਦੀ ਹੈ, ਠੀਕ ਹੈ। ਜਦੋਂ ਮੈਗਨੀਫਿਕੇਸ਼ਨ ਨੈਗੇਟਿਵ ਹੋਊਗੀ, ਤੈਨੂੰ ਪਤਾ ਨਾ FE ਜਿਹੜਾ ਆਈਪੀਸ ਦੀ ਫੋਕਸ ਹੈਗੀ ਨੈਗੇਟਿਵ ਕਾਹਤੋਂ ਆਈ, ਆਹ ਦੇਖ ਤੂੰ ਕਹਿੰਦੀ ਪਈ ਸੀ IP, ਜਿਹਦਾ ਆਈਪੀਸ ਇਹ ਫੋਕਸ ਹੈਗੀ ਇੱਧਰਲੇ ਪਾਸੇ, ਹੁਣ ਫੋਕਸ ਇੱਧਰਲੇ ਪਾਸੇ ਹੈ, ਲਾਈਟ ਇੱਧਰ ਜਾ ਰਹੀ ਹੈ, ਫੋਕਸ ਇੱਧਰਲੇ ਪਾਸੇ, ਨੈਗੇਟਿਵ ਹੋਊਗਾ ਫਿਰ, ਸਹੀ ਗੱਲ ਕਿ ਨਹੀਂ। ਲਾਈਟ ਇੱਧਰ ਵੱਲ ਜਾ ਰਹੀ ਹੈ, ਫੋਕਸ ਇੱਧਰ ਵੱਲ ਹੋਊਗਾ ਅਤੇ ਨੈਗੇਟਿਵ ਹੋਊਗਾ, ਠੀਕ ਹੈ। ਇਹ ਵਾਲੇ ਕੇਸ ਵਿੱਚ ਤੈਨੂੰ ਮੈਂ ਕੰਸੈਪਟ ਦੱਸਿਆ ਸੀ ਬਈ ਲੈਫਟ ਹੈਂਡ ਸਾਈਡ, ਇਸ ਲਈ ਆਪਾਂ ਨੈਗੇਟਿਵ ਲੈ ਲਿਆ। ਮੇਨ ਇਹਦਾ ਕੰਸੈਪਟ ਆਏਗਾ ਬਈ ਲਾਈਟ ਜਿਹੜੀ ਇੱਧਰ ਜਾ ਰਹੀ ਹੈ ਅਤੇ ਜਿਹੜੇ ਡਿਸਟੈਂਸ ਦੀ ਮੇਜਰਮੈਂਟ ਹੈਗੀ ਆਪਾਂ ਓਪੋਜ਼ਿਟ ਕਰਦੇ ਪਏ, ਇਸ ਲਈ ਆਪਾਂ ਨੈਗੇਟਿਵ FE ਲਿੱਤਾ, ਠੀਕ ਹੈ। ਨੈਗੇਟਿਵ FE ਲੈ ਲਿਆ ਅਤੇ ਆਪਣੇ ਤੋਂ ਮੈਗਨੀਫਿਕੇਸ਼ਨ ਵੀ ਨੈਗੇਟਿਵ ਹੈਗੀ, ਅਤੇ ਆਪਣੇ ਤੋਂ ਰੀਅਲ ਅਤੇ ਇਨਵਰਟਿਡ ਇਮੇਜ ਦੀ ਫੋਰਮੇਸ਼ਨ ਹੋ ਗਈ। ਜਾਂ ਇਹ ਤਾਂ ਯਾਦ ਹੀ ਕਰਨਾ ਬਈ ਜੇ ਰੀਅਲ ਅਤੇ ਇਨਵਰਟਿਡ ਇਮੇਜ ਦੀ ਫੋਰਮੇਸ਼ਨ ਹੋਊਗੀ ਤਾਂ ਮੈਗਨੀਫਿਕੇਸ਼ਨ ਹਮੇਸ਼ਾ ਨੈਗੇਟਿਵ ਹੀ ਲੈਣੀ ਆਪਾਂ, ਠੀਕ ਹੈ। ਅਤੇ ਹੁਣ ਅਗਲੀ ਵੀਡੀਓ ਵਿੱਚ ਮੈਂ ਦੱਸਾਂਗਾ ਬਈ ਜਦੋਂ ਫਾਈਨਲ ਇਮੇਜ ਵਰਚੁਅਲ ਅਤੇ ਇਰੈਕਟ ਬਣੇ ਨਾ ਉਦੋਂ ਕੀ ਕੇਸ ਹੋਊਗਾ, ਠੀਕ ਹੈ। ਓਕੇ ਚੱਲ ਇਹ ਤੂੰ ਕਰ ਲੈ ਚੰਗੀ ਤਰ੍ਹਾਂ ਲਰਨ, ਓਕੇ ਬਾਏ।